ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਦੇ ਅਨੰਤ ਪਹਿਲੂ ਨੇ, ਅਨੰਤ ਰੂਪ ਨੇ, ਔਰ ਹਰ ਪਹਿਲੂ ਦੀ ਆਪਣੀ ਆਪਣੀ ਵਿਚਾਰ ਹੈ। ਧਰਮ ਦੀ ਦੁਨੀਆ ਵਿੱਚ ਕਰਮ ਦੀ ਬਹੁਤ ਵੱਡੀ ਚਰਚਾ ਹੈ। ਅੱਜ ਆਪਾਂ ਇਸ ਨੂੰ ਹੀ ਗੁਰਬਾਣੀ ਦੀ ਰੋਸ਼ਨੀ ਵਿੱਚ ਪੜ੍ਹਨ ਦੀ, ਸਮਝਣ ਦੀ, ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪ੍ਰਭੂ ਸੱਚਾ ਹੈ, ਉਸ ਦਾ ਦਰਬਾਰ ਸੱਚਾ ਹੈ, ਉਸ ਦਾ ਨਿਆਂ ਸੱਚਾ ਹੈ। ਉਸ ਤੋਂ ਕੋਈ ਬੇਇਨਸਾਫੀ ਨਹੀਂ ਆਉਂਦੀ, ਕੋਈ ਦਬਾਅ ਪਾ ਕੇ ਉਸ ਦਾ ਫੈਸਲਾ ਨਹੀਂ ਬਦਲਿਆ ਜਾ ਸਕਦਾ, ਕੁਝ ਲਾਲਚ ਦੇ ਕੇ ਉਸ ਦੀ ਕਲਮ ਤੋੜੀ ਨਹੀਂ ਜਾ ਸਕਦੀ, ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਹਦੇ ਫੈਸਲੇ ਨੂੰ, ਉਸਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਇਸ ਵਾਸਤੇ ਕਹਿੰਦੇ ਨੇ ਉਹ ਅਟਲ ਹੈ, ਉਸ ਦਾ ਨਿਆਂ ਅਟਲ ਹੈ। ਉਹ ਆਪ ਸੱਚ ਹੈ, ਉਸ ਦਾ ਨਿਆਂ ਸੱਚ ਹੈ। ਇਹ ਗੱਲ ਵੱਖਰੀ ਹੈ ਕਿ ਦੁਨੀਆ ਵਿੱਚ ਜਿੱਥੇ ਇਨਸਾਫ ਮਿਲੇ, ਸਾਰੇ ਅਰਬ ਵਿੱਚ, ਈਰਾਨ, ਅਫਗਾਨਿਸਤਾਨ ਤੇ ਭਾਰਤ ਵਿੱਚ ਉਸ ਨੂੰ ਅਦਾਲਤ ਕਹਿੰਦੇ ਨੇ। ਅਦਾਲਤ, ਅਦਲ ਕਹਿੰਦੇ ਨੇ ਇਨਸਾਫ ਨੂੰ। ਅਦਾਲਤ ਇਨਸਾਫ ਦਾ ਘਰ, ਅਖਰੀ ਅਰਥ ਇਹ ਬਣਦੇ ਨੇ। ਅਦਲ ਇਨਸਾਫ, ਅਦਾਲਤ ਇਨਸਾਫ ਦਾ ਘਰ। ਮੁਨਸਫ ਜਿਹੜਾ ਇਨਸਾਫ ਕਰੇ, ਮੁਨਸਫ ਜੋ ਇਨਸਾਫ ਕਰੇ। ਅਦਾਲਤ ਜਿੱਥੇ ਅਦਲ ਹੋਵੇ, ਜਿੱਥੇ ਇਨਸਾਫ ਹੋਵੇ। ਬਾਕੀ ਦੁਨੀਆ ਬਾਰੇ ਤੇ ਸ਼ਾਇਦ ਮੇਰੀ ਇਤਨੀ ਜਾਣਕਾਰੀ ਨਾ ਹੋਵੇ, ਪਰ ਭਾਰਤ ਬਾਰੇ ਮੇਰੀ ਜਾਣਕਾਰੀ ਹੈ। ਉੱਥੇ ਤੇ ਅਗਰ ਪੈਸੇ ਹਨ ਤੇ ਇਨਸਾਫ ਖਰੀਦ ਲਓ, ਅਗਰ ਤਾਕਤ ਹੈ ਤੇ ਇਨਸਾਫ ਖੋ ਲਓ। ਜੇ ਤਾਕਤ ਨਹੀਂ ਹੈ ਇਨਸਾਫ ਖੋਣ ਦੀ, ਤੇ ਜੇ ਪੈਸਾ ਨਹੀਂ ਹੈ ਇਨਸਾਫ ਖਰੀਦਣ ਦੀ, ਤਾਂ ਇਨਸਾਫ ਮੁਫਤ ਦੇ ਚ ਉੱਥੇ ਕਿਸੇ ਨੂੰ ਨਹੀਂ ਮਿਲਦਾ ਹੈ। ਤੇ ਬਹੁਤ ਸਾਰੇ ਦੇਸ਼ਾਂ 'ਚ ਵੀ ਇਸ ਤਰ੍ਹਾਂ ਨਾਮ ਹੀ ਆਉਂਦਾ ਹੈ ਅਦਾਲਤ। ਅਦਲ ਕਿੱਥੇ ਮਿਲਦਾ ਹੈ, ਇਨਸਾਫ ਕਿੱਥੇ ਮਿਲਦਾ ਹੈ? ਪਰ ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਸੱਚਾ ਹੈ, ਉਸ ਦਾ ਦਰਬਾਰ ਸੱਚਾ ਹੈ, ਉਸ ਦਾ ਨਿਆਂ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਕੀ ਆਉਂਦਾ ਹੈ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਆਉਂਦੀ ਹੈ, ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ, ਮਨੁੱਖ ਦੇ ਕਰਮਾਂ ਦੀ। ਇਸ ਨੂੰ ਖੋਲਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਇਸ ਪ੍ਰਿਥਵੀ ਦੇ ਉੱਤੇ ਜਿਸ ਤੇ ਅਸੀਂ ਰਹਿੰਦੇ ਹਾਂ, ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਮੰਨੀ ਹੈ, ਭੋਗ ਭੂਮੀ, ਕਰਮ ਭੂਮੀ। ਇੱਕ ਉਹ ਜੀਵ ਨੇ ਜੋ ਸਿਰਫ ਇੰਜ ਕਹਿ ਲਓ ਜੀਵਨ ਬਤੀਤ ਕਰਨ ਲਈ ਆਏ ਨੇ, ਭੋਗ ਭੋਗਣ ਲਈ ਆਏ ਨੇ। ਖਾ ਲੈਣਾ, ਪੀ ਲੈਣਾ, ਸੋ ਲੈਣਾ ਤੇ ਸਰੀਰ ਦੀ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਹੈ, ਬਸ। ਪਸ਼ੂ ਜਗਤ, ਭੋਗ ਭੂਮੀ। ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ ਨਾਲ ਕਰਮ ਭੂਮੀ ਹੈ। ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ। ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ। ਭੂਮੀ ਕਹਿੰਦੇ ਧਰਤੀ ਨੂੰ, ਪਸ਼ੂ ਕੀ ਨੇ? ਭੋਗਾਂ ਦੀ ਧਰਤੀ। ਮਨੁੱਖ ਕੀ ਹੈ? ਕਰਮ ਭੂਮੀ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਮ ਭੂਮ ਮੈਂ ਬੋਵੋ ਨਾਮ। ਇਹ ਤੇ ਕਰਮ ਭੂਮੀ ਹੈ। ਮਨੁੱਖ ਕਰਮ ਭੂਮੀ ਹੈ, ਪਸ਼ੂ ਭੋਗ ਭੂਮੀ ਨੇ। ਪਸ਼ੂ ਆਪਣੇ ਕਰਮਾਂ ਅਨੁਸਾਰ ਵਿਕਾਸ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਨਾ ਉਸ ਦੇ ਸਰੀਰ ਦੀ ਬਣਤਰ ਹੈ, ਨਾ ਹੀ ਇਸ ਤਰ੍ਹਾਂ ਉਸ ਦੇ ਮਨ ਦੀ ਬਣਤਰ ਹੈ। ਉਹ
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸ ਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਤਾਂ ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ? ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਇਸ ਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ, ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ। ਇਹ ਕਰਮ ਭੂਮੀ ਹੈ। ਇਸ ਧਰਤੀ ਦੇ ਵਿੱਚ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਜੈਸਾ ਜੈਸਾ ਤੂੰ ਬੀਜ ਬੋਵੇਂਗਾ ਵੈਸਾ ਵੈਸਾ ਤੇਰੇ ਝੋਲੀ ਦੇ ਵਿੱਚ ਉਸ ਦਾ ਫਲ ਪਵੇਗਾ। ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੋ ਸਤਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਫਿਰ ਸਾਡਾ ਕੀ? ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ? ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸ ਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੈ, ਉਹ ਕਰਨ ਕਾਰਨ ਹੈ, ਸਭ ਕੁਝ ਉਹ ਹੀ ਕਰ ਰਿਹਾ ਹੈ। ਪਰ ਉਸਨੇ ਸਾਨੂੰ ਖੁੱਲ੍ਹ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ। ਇਤਨੀ ਖੁੱਲ੍ਹ ਦਿੱਤੀ ਹੈ। ਪਰ ਚੂੰਕਿ ਖੁੱਲ੍ਹ ਉਸੇ ਦੀ ਦਿੱਤੀ ਹੋਈ ਹੈ, ਤੇ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਆਖਿਆ ਵੀ ਠੀਕ ਹੈ, ਖੁੱਲ੍ਹ ਤੋਂ ਦਿੱਤੀ, ਅੱਗੇ ਜਾਣ ਦੀ, ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੇ ਇੱਥੋਂ ਦੂਰ ਵੀ ਹੋ ਸਕਦੇ ਹਾਂ। ਪਰ ਖੁੱਲ੍ਹ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ੍ਹ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ੍ਹ ਕਰਕੇ ਦੂਰ ਹੋ ਗਏ ਤੇ ਇੱਥੋਂ। ਇਸ ਵਕਤ ਸਾਡੇ ਕੋਲ ਕੀ ਹੈ? ਕੁਝ ਵੀ ਨਹੀਂ। ਉਮੀਦ ਹੈ ਪਕੜ ਦੇ ਚ ਆਈ ਹੋਵੇਗੀ ਗੱਲ ਆਪ ਤੇ। ਕਈ ਦਫਾ ਸਤਪੁਰਸ਼ ਜਿਸ ਸਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸਿਖਰ ਨਹੀਂ ਆਉਂਦੀ। ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਹੁੰਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਹਾਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ ਹੈ? ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਐ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਤੂੰ ਗਿਲਾ ਕਿਉਂ ਕਰਦਾ ਹੈ? ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ। ਜੋ ਕੁਝ ਤੂੰ ਜਗਤ ਦੇ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ। ਤੈਨੂੰ ਖੁੱਲ੍ਹ ਹੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬਾਉਣ ਦੀ ਤੈਨੂੰ ਖੁੱਲ੍ਹ ਦੇ ਦਿੱਤੀ ਹੈ। ਤੂੰ ਕੇਸਰ ਬੀਜਣਾ ਹੈ ਕਿ ਨਿੰਮ ਬੀਜਣੀ ਹੈ? ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ? ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿੱਕਰ ਦੇ ਬੀਜ ਬਾਉਣੇ ਨੇ? ਇਹ ਤੇਰੀ ਮਰਜ਼ੀ ਹੈ। ਖੁੱਲ੍ਹ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਬਾਉਣ ਦੀ ਖੁੱਲ੍ਹ ਵੀ ਦੇ ਦਿੱਤੀ। ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬਾਉਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿਕਰਾਂ ਦੇ। ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਹੈ, ਇਹਨਾਂ ਕਿਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ। ਐਸਾ ਨਹੀਂ ਹੋਵੇਗਾ। ਇਹ ਉਸ ਦਾ ਨਿਯਮ ਨਹੀਂ ਹੈ, ਇਹ ਉਸ ਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਲਾਂਦਾ ਬੂਟੇ ਕਿਕਰਾਂ ਦੇ ਮੰਗਦਾ ਅੰਬ, ਚਰਖੇ ਦੇ ਚ ਕਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ। ਬੋਂਦਾ ਤੇ ਕਿੱਕਰ ਪਿਆ, ਮੰਗਦਾ ਅੰਬ ਹੈ। ਐਸਾ ਹੋ ਹੈ। ਬੀਜ ਮਨੁੱਖ ਦੁੱਖਾਂ ਦੇ ਬਾਉਂਦਾ ਹੈ,
ਮੰਗਦਾ ਸੁੱਖ ਹੈ। ਇਸ ਤਰ੍ਹਾਂ ਹੀ ਰਿਹਾ ਹੈ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਹੈ, ਕਹਿ ਦਿੰਦਾ ਕੋਈ ਪ੍ਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਐ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ ਹੈ, ਕਰਨ ਕਰਾਵਨ ਸਰਬ ਕੋ ਨਾਥ, ਉਹ ਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਝ ਉਸਦੇ ਹੱਥ 'ਚ ਹੈ। ਇਸਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਫਿਰ ਉਹ ਇੰਜ ਲੈ ਲੈਂਦਾ ਹੈ, ਮਨੁੱਖ ਦੇ ਹੱਥ 'ਚ ਕੀ ਹੈ? ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤਾਂ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ ਹੈ, ਅੰਬ ਵੀ ਬੀਜ ਸਕਦਾ ਹੈ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ 'ਚ। ਕਿਉਂ? ਕਿੱਕਰ ਬੀਜਣ ਦੀ ਖੁੱਲ੍ਹ ਵੀ ਪ੍ਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ੍ਹ ਵੀ ਉਸੇ ਨੇ ਦਿੱਤੀ ਹੈ, ਖੁੱਲ੍ਹ ਉਸ ਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ, ਅਸੀਂ ਕੀ ਬੀਜਣਾ ਹੈ। ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ੍ਹ ਹੈ, ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਤੇ ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਝ ਵੀ ਨਹੀਂ। ਜੇ ਖੁੱਲ੍ਹ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ? ਕੁਝ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਨੇ ਆ। ਇੱਕ ਸ਼ਰਾਬ ਪੀ ਰਿਹਾ, ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗੇ। ਇਹਦਾ ਮਤਲਬ ਵਿੱਚ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ। ਇਹਦਾ ਮਤਲਬ ਅਜੇ ਪ੍ਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ। ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖਾ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਦੇ ਵਿੱਚ ਸੱਚ ਹੈ, ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਝ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਦੇ 'ਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ। ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ, ਔਰ ਪਹਿਲੇ ਇਹ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਿਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਹੈ ਤੇ ਗਾਲਬਨ 15-20 ਸਾਲਾਂ 'ਚ ਤਾਮੀਰ ਹੋਇਆ ਹੈ, ਬਣ ਗਿਆ। ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੂਮਾਨ ਦੀ ਹੋ ਗਈ। ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ। ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ ਹੈ। ਇਸ ਮੰਦਿਰ ਦੇ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ। ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ। ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ। ਤੂੰ ਕਰਮ ਦੀ ਫਿਕਰ ਕਰ। तो बौद्ध भिक्षुओं ਦੇ एक वाक प्रचलित हो गया, कर्म ही भगवान है, भगवान ही भगवान है, ऐसा नहीं, कर्म ही भगवान है। तो इस तो की होया, ब्राह्मणों ने कह दिता भगवान भगवान नहीं है, कर्म भगवान है। ये नास्तिक ने
ਅੱਜ ਤੱਕ ਸਨਾਤਨੀ ਜਗਤ ਦੇ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੌਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ। ਇਹ ਤੇ ਨਾਸਤਿਕ ਹੈ। ਪਰ ਇੱਕ ਸਚਾਈ ਹੈ, अगर वो नास्तिक है तो फिर दुनिया च कोई भी आस्तिक नहीं है। इतनी गहरी ध्यान साधना करने वाला, इतना भरोसा रखने वाला, दुनियावी सारे सुखां नूं एक पासे सुट के अध्यात्मक सुख की तलाश करने वाला, तो उसनूं कह दईए नास्तिक क्यों किया गया? कर्म ही भगवान है, भगवान ही भगवान है। उसने अपने बौद्ध भिक्षुओं नूं कहा यह फिक्र बाद विच करना, कर्म ही भगवान है। क्योंकि जो दुख मिलना है, जो सुख मिलना है, थानू कर्म नाल मिलना है। जो आनंद मिलना है, जो खेड़ा मिलना है, थानू कर्म नाल मिलना है। जो ज्ञान मिलेगा, जो शांति मिलेगी, थानू कर्मा नाल मिलेगी। तो जब मिलना ही कर्मा नाल है तो फिर कर्म की फिक्र करो। धन गुरु नानक देव जी महाराज कहते हैं, जित कीता पाइए अपना, सा घाल बुरी क्यों घालिए। जे तू अपना ही कीता पाना है तो फिर अपने कर्तव्य प्रति जरा सुचेत हो जा। कहते ने मनुख होवेगा सुचेत, अपने कर्मां दे प्रति सुचेत नहीं है। अगर किधरे कर्मां दे प्रति सुचेत आउंदा तो दुनिया इतनी दुखी नहीं होनी सी। कहते ने हवा व्यापक है, आकाश व्यापक है, दुख भी व्यापक है। जिथे तक आकाश पसरे है उत्थे तक ही दुख है। जिथे तक पवन झूलती है उत्थे तक ही लोगों के घरों च दुख झूलते पे। मनुखता दुखी है, यानी इसका यह मतलब नहीं कि पशु पंखी दुखी ने, कतई दुखी नहीं है। ये भी मैं अर्ज करते हैं, कोई पशु दुखी नहीं, कोई पक्षी दुखी नहीं, कोई कीड़ा मकोड़ा दुखी नहीं, सब सुख दे च ने। पशु सुख दे च जी रहे ने, देवते ब्रह्म ज्ञानी महापुरुष आनंद दे च जी रहे ने। बस दुख केवल मनुख की दुनिया च। और साहिबां नूं इत्थे तक कहना पिया, बाली रोवे नाए भतार, नानक दुखिया सब संसार। समूह जगत, मनुखी जगत, मैं फिर अर्ज करा बाकी नहीं, बाकी सब सुख दे च ने। कारण पशु जो जी रहा है लोड़ां दे तल ते, मनुख जी रहा है ख्वाहिशां दे तल ते। लोड़ां दी पूर्ति ना होए पशु तड़पदा है, ख्वाहिशां दी पूर्ति ना होए मनुख तड़पदा है। बगौर मुताला करना, सिर्फ लोड़ां दी पूर्ति होंदी ते पशुआं दी तरह मनुख भी सुखी होना सी। उन्होंने प्यास लगी है, पानी मिल जाए, उन्होंने भुख लगी है, खुराक मिल जाए, वो शरीर दियां लोड़ां दी पूर्ति हो जाए, बस मस्त है, सौ जाता है, आनंद लेंदा है। पशु सुखी ने, महापुरुष ते देवते आनंद दे च ने, मनुख दुख दे च है। दुख सिर्फ थानू मनुख दी दुनिया दे च मिलेगा, या उन्हां पशुआं कोल दुख मिलेगा जिहड़े विचारे मनुख दी कैद दे च ने, मनुख दी संगत च रहिंदे पे। उन्हां दी प्राकृतिक जिंदगी च फर्क पा दिता है। जिस ढंग नाल वो जीवना चाहते हैं, उस ढंग नाल मनुख नहीं जीण देंदा पिया। वो दुखी हो सकते हैं, वो पीड़ित हो सकते हैं। वरना दुख सिर्फ मनुख दे कोल है, कायनात दे च, इस ब्रह्मंड दे च दुख होर किधरे भी नहीं है। बनस्पति खेड़े च है, पशु सुख दे च ने, कीड़े मकोड़े भी सुख दे च ने। यह भी मैं अर्ज करते हैं, एक विष्टा का जंतु भी सुख दे च है, एक गंदगी दे च लिपटिया हुआ सूअर भी सुख दे च है। मैं फिर अर्ज करा, एक मनुख दुख दे च है, एक मनुख की संगत दे जिहड़े पशु रह रहे हैं, मनुख की कैद दे च, वो बेचारे दुखी हो सकते हैं। वरना पशु दुखी नहीं ने, पंछी दुखी नहीं ने। पशु जी रहे ने लोड़ां दे तल दी पूर्ति ते, लोड़ां पूरियां हो गई, सुखी। मनुख लोड़ां दे नाल नाल जी रहा है ख्वाहिशां दे तल ते। लोड़ां पूरियां ना होवन पशु तड़पदा है, ख्वाहिशां पूरियां ना होवन मनुख बेचैन होंदा है, मनुख तड़पदा है। ते ख्वाहिशां दा एक होर बड़ा भयंकर नियम है,
एक ख्वाहिश पूरी होवे ना तो पूरी होंदे होंदे वो 10 ख्वाहिशां नूं जन्म दे जाती है। जैसे एक मनुख जमीन तो रुखसत होंदे होया वड्डा हो गया, जवान हो गया, विआहया गया, बुढ़ा हो गया, जमीन तो रुखसत होंदे होंदे 2 4 5 7 बच्चों नूं जन्म दे जाता है, पिछे अपनी संतत छोड़ जाता है, अपना खून छोड़ जाता है। जमीन तो रुखसत होंदे होंदे मनुख 2 4 बच्चे छोड़ जाता है। एक ख्वाहिश पूरी होंदे होंदे एक ख्वाहिश मरद्या मरद्या 5 10 ख्वाहिशों नूं जन्म दे जाती है। हुण पूरी एक हुई है तो 10 होर पैदा हुई हैं, फिर उन्हां च पूरी एक हुई है तो फिर 10 20 होर पैदा हो गई ने, तो रोज़ रोज़ तो ख्वाहिशां वधदियां जाणगियां, ख्वाहिशां दी भीड़। इस तरह जिवें मौत दर घट जाए तो जन्म दर वध जाए तो मनुखां दी भीड़ हो जाती है। ख्वाहिश पूरी तो कोई कोई होंदी है, ये भी मैं अर्ज करते हैं, होंदी वो भी कर्म अनुसार है, उंज नहीं। कुछ संतां महापुरुषों के डेरे इस वास्ते चल पैंदे जे 100 बंदे गए ने तो 60 का तो उंज ही कर्म बनने वाला होंदा है, उंज ही गल सिरे चढ़न वाली होंदी है। वो जी 60 बंदियां की गल सिरे चढ़ जाती है ना, वो कहते इस डेरे करके संत करके साडी गल बनी है, वो फिर 60 कम से कम होर 60 नूं ले आंदे ने, तो उन्होंने चों भी कुछ एक दी गल तो उंज ही बनने वाली होंदी, जो डेरे ना भी जाते तां भी बननी सी। ये भी मर्ज करते हैं, जे ना भी तीर्थां ते जाते तां भी बननी सी। बस पखंड इस तरह दुनिया दे विच वधदा है अज्ञान के आसरे ते। एक ख्वाहिश पूरी होंदियां होंदियां 10 ख्वाहिशां नूं जन्म दे जाती है। तो इस तरह ख्वाहिशां की भीड़ वधदी जाती है, वधदी जाती है। पशु लोड़ां दे तल ते जींदे ने, मनुख ख्वाहिशां दे तल ते जीवदे ने। लोड़ां दी पूर्ति ना होवे ते पशु तड़पदा है, ख्वाहिशां दी पूर्ति ना होवे मनुख तड़पदा है। और सारियां ख्वाहिशां किस दियां पूरियां गन कतई नहीं, एक दिन मनुख ही पूरा हो जाता है, खत्म हो जाता है। ख्वाहिशां कितनी पूरियां होंदियां ने, हजारों ख्वाहिशें साथ लेकर दम निकलता है। अली कहता है एक एक श्वास दे अंतिम समय कितनियां ख्वाहिशां निकलदियां जड़ियां अंदर पईयां सन, जगह मल के बैठियां सन, भाई अज साडी गल बनेगी, अज साडी गल बनेगी। गल की बननी, वो श्वास ही निकल गए हैं। हजारों ख्वाहिशें साथ लेकर दम निकलता है। मुख्तसर जो है मैं अर्ज करा, दुख केवल मनुख की दुनिया च है। ऋषिकेश दे अज तो कोई गालबन 25-26 साल पुरानी गल होगी। रामकली राग का शब्द चल रहा सी, सहन सरदान दे इंद्र रोआया, परशुराम रोवे घर आया। जपजी साहब तो लेके उत्थे रागमाला तक संपूर्ण कथा होंदी है। और उत्थे एक नियम है, 5 साल भोग पाते हैं लाजमी, ताकि विद्यार्थियों को ज्ञान मिलता रहे। उस दौरान 1 महीना दास भी हाजिरी भरता रहे। जदों दास कथा कर रहा सी, रामकली लाग चलिया तो यह शब्द भी आ गया, जिस दियां आखिलियां पंक्तियां सन, बाली रोवे नाए भतार, नानक दुखिया सब संसार, मन्ने नाव सोई जन जाए, अवरी कर्म न लेखे पाए। ये पंक्ति मनुख ने अपनी तरफों बनाई हुई ने। नानक दुखिया सब संसार, सो सुखिया जिस नाम आधार। इस तरह की पंक्ति गुरु ग्रंथ साहब विच नहीं है, इस तरह नहीं है। ये तो लोगों ने अपने कोलों बना लिया, जिन्होंने बोध नहीं है, समझ नहीं है। बाली रोवे नाए भतार, नानक दुखिया सब संसार, मन्ने नाव सोई जन जाए, अवरी कर्म न लेके लाए। इसकी वजाहत दास ने किधरे 2 दिन की थी। बड़ा एक दार्शनिक सियाणा साधु सिंध के इलाके का सी, भेख भगवा। अजकल उसका डेरा करनाल दे बहुत ज़ईफ हो गया है। वो भी किधरे बैठा सी। कथा की समाप्ति तो बाद खड़ा हो गया। साधुओं का इकट्ठ सी, जो 30-40 सरोते बैठे सन, साधु ही सन, निर्मले उदासीन।
ਮੈਨੂੰ ਕਹਿਣ ਲੱਗਾ ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆ ਵਿੱਚ, ਕਵਿਤਾ ਦੀ ਦੁਨੀਆ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ, ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ। ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਹੁੰਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦਈਏ, ਚਮਕਾ ਦਈਏ, ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਚੱਲਦਾ ਸੱਚ ਦੇ ਆਸਰੇ, ਤੇ ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ ਹੈ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ ਹੈ। ਇੱਕ ਤੇ ਇਹ ਹੈ, ਇੱਕ ਹੁੰਦਾ ਅਤੀ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤੀ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤੀ ਉਪਮਾ ਅਲੰਕਾਰ। ਸਾਹਿਤਿਕ ਦੁਨੀਆ ਵਿੱਚ, ਕਾਵਿ ਦੁਨੀਆ ਵਿੱਚ ਇਸ ਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਇਸ ਸਤਿਗੁਰਾਂ ਨੇ ਅਤੀ ਉਪਮਾ ਅਲੰਕਾਰ ਵਰਤਿਆ ਹੈ। ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ, ਦੁੱਖ ਹੀ ਦੁੱਖ ਹੈ ਬਈ, ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤੀ ਉਪਮਾ ਅਲੰਕਾਰ ਹੈ। ਤੇ ਅਤੀ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਹੈ। ਮੈਨੂੰ ਇੰਝ ਕਹਿਣ ਲੱਗਾ, ਆਖਿਰ ਮਨੁੱਖੀ ਦੁਨੀਆ 'ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ, ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ ਸਿਆਣੇ ਹੋ, ਤੁਸੀਂ ਚਿੰਤਕ ਹੋ, ਔਰ ਉਮਰ ਦੇ ਲਿਹਾਜ਼ ਵਿੱਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ, ਔਰ ਵਿਦਿਆ ਪੜ੍ਹਾਈ ਚਿੰਤਕ ਦੇ ਵਿੱਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤੀ ਉਪਮਾ ਅਲੰਕਾਰ ਵਰਤਿਆ ਹੈ, ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ, ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ। ਇਹ ਖਸਮ ਦੇ ਬੋਲ ਨੇ, ਇਹ ਸਤ ਬਚਨ ਨੇ, ਇਹ ਸੰਪੂਰਨ ਬਚਨ ਨੇ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ। ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਤੁਹਾਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤੀ ਉਪਮਾ ਅਲੰਕਾਰ ਹੈ। ਤੇ ਮੈਂ ਤੁਹਾਨੂੰ ਕੱਲ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ। ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ, ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਸ, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ। ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ, ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ। ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ।
ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ 'ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾਪੰਡਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ, ਜਿਉਂ-ਜਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ, ਆਪਣਾ ਜੋ ਕੁਝ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਜ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਹੈ तो ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ। ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ? ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ? ਮੈਂ ਕਿਹਾ, ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ, ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ, ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ, ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ, ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਹੋਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਹੋਵੇ, ਖੇੜੇ ਦੀ ਤਸਵੀਰ ਸਾਹਮਣੇ ਹੋਵੇ, ਮੁਸਕਰਾਹਟ ਦਾ ਮੁਜੱਸਮਾ ਸਾਹਮਣੇ ਹੋਵੇ, ਕਿ ਇਹ ਬੋਲ ਫੱਬਦੇ ਨੇ? ਨਾਨਕ ਦੁਖੀਆ ਸਭ ਸੰਸਾਰ, ਅਤੀ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ, ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ। ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ 'ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ। ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ। ਇਹਨਾਂ ਹੀ ਫੁੱਲਾਂ ਦੇ ਸੰਬੰਧ ਵਿੱਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ, ਉਹਨਾਂ ਦੀ ਅੱਖਾਂ ਭਰ ਆਈਆਂ। ਕਹਿੰਦੇ, ਸ਼ਾਮ ਨੂੰ ਤੇ ਮੁਰਝਾ ਜਾਣਗੇ, ਤੇ ਫਿਰ ਕੀ ਗੱਲ ਹੋਵੇਗੀ? ਤੇ ਮੈਂ ਕਿਹਾ, ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ। ਇਹ ਜਿਹੜੀ ਮੌਤ ਹੈ, ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ। ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਹੀ ਸੁਪਨ ਦੇ ਚੋਂ ਨਿਕਲੇਗੀ। ਇਹ ਜੋ ਕਬਰ ਹੈ, ਇਸੇ ਹੀ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨਹੀਂ,
गल नूं पकड़न वाला समझण वाला भी है, कोरा हंकारी नहीं। कहने लगा गुरु नानक ने जो कुछ आख्या सही है, गुरु नानक के संबंधित जो मैं शब्द आखे मैं वापस लेना कि ठीक है। बाली रोवे नाए भतार, नानक दुखिया सब संसार। दुख व्यापक है, मूर्ख दा दुखी होना कुदरती है, सियाणा भी दुखी है। निर्धन दा दुखी होना कुदरती है, धनवान भी दुखी है। बल्कि मनोचिंतक ते कहते ने निर्धन देश इतने दुखी नहीं जितने धनवान देश दुखी ने। निर्धन मनुख इतना दुखी नहीं जितना धनवान दुखी है, और निर्गुण मूर्ख इतना दुखी नहीं, क्योंकि मूर्खता दा जो करके उसनों दुख का इतना एहसास नहीं आता जितना कि सियाणा दुखी है, चिंतक दुखी है। दुख तो व्यापक है, कमजोर भी दुखी है, ताकतवर भी दुखी है, निर्बल भी दुखी है, बलवान भी दुखी है, निर्धन भी दुखी है, धनवान भी दुखी है, करूप भी दुखी है, सुंदर भी दुखी है, छोटा भी दुखी है, बड़ा भी दुखी है। दुख व्यापक है। बाली रोवे नाए भतार, नानक दुखिया सब संसार। मनुखता दी झोली च इतने दुख देख के ख्याल आ जाता है किधरे गलत बीज ते नहीं बोए गए। कड़वे फलों नूं वेख के कहते दरखत की पहचान आती है, फलों तो पहचान आती है, बोया की सी। बीज की पहचान किस तो होगी? फल तो। कड़वे फलों नूं वेख के फौरन अंदाजा लगता है बीज ठीक नहीं बोए गए, गलत बोए गए ने। अजोकी साइंस सफल हो गई है बीज दे वृक्ष वेखण दे और बीज दे फल वेखण दे। ऐसियां खुर्दबीना तैयार हो गई ने, साइंटिस्ट वेख लेंदे ने ये ऐसा फुल निकलेगा, ऐसा फल निकलेगा, और फुलों का ये रंग होगा, फल इतने आकार का होगा अगर अनुकूल धरती मिल गई। बीज दे फल वेखण दे सफल होया है साइंटिस्ट विज्ञानक, कर्मां दे फल वेखण दे सफल होया संत भगत। उन्होंने दिस पिया कर्मां दे बीज दे इहदे चों दुख निकलेगा, इहदे चों कलेश निकलेगा, इस दे चों सुख निकलेगा, इस दे चों आनंद निकलेगा। उहदे कोल अपनी दृष्टि। इस वास्ते उसने विज्ञान ने कोशिश की बीज चंगे वधिया बनाई है। तो पहले नालों वधिया बीज ने, पहले नालों चंगियां कणकां दी फसल है, फलों की फसल है, फुलों की फसल है, और बहुतात दे च है, बड़े सोहने ढंग नाल है। अगर इस तरह ना होंदा तो इस वधी हुई आबादी की शायद इतनी पूर्ति भी नहीं हो सकती सी। बीज नूं वधिया करन दे साइंस का बहुत बड़ा हथ है, और साइंटिस्ट सफल होया है बीज दे फल वेखण दे। संत सफल होया कर्म दे फल वेखण दे। इस कर्म चो दुख निकलेगा, इस कर्म चो सुख निकलेगा, इस कर्म चो परम आनंद निकलेगा। और ये नियम परमात्मा ने आप बनाया है। अगर कोई दुखी है तो एक गल स्पष्ट हो गई, बीज ऐसा बोया गया जिस तो दुख निकले है। और जे दुख है तो फिर परमात्मा कसूरवार नहीं, क्योंकि आज तक ऐसा होया है। फ्राइड ने किधरे कह दिता कि गालबन 60% बीमारियां जद्दी आउंदियां ने। मां नूं कोई रोग सी ते अगे औलाद नूं हो गया, और प्यो नूं कोई रोग सी ते अगों पुत्र नूं हो गया, जद्दी रोग। तो फ्राइड ने ऐसा कह दिता, तेरे शरीरक रोगां लई तू जिम्मेवार नहीं, तेरे मां बाप जिम्मेवार है। ते हुण संस्कार भी शुरू मां बाप देंदे ने। बोलना सोचना ये पहले तो मां बाप तो ही मिलता है, जो है मनुखी बच्चे नूं। तो फ्राइड ने ऐसा कह दिता, तेरे सोग ते चिंता लई तेरे मां बाप जिम्मेवार ने, और तेरे शरीरक रोग लई तेरे मां बाप जिम्मेवार ने। मां बाप तो शरीर आया, रोगी शरीर आया, वो दोषी ने। और उसने उस वक्त ऐलानिया कहा सी इस जर्मनी के प्रसिद्ध डॉक्टर नूं
कि दुनिया ਦੇ इस तरह के जितने रोगी बंदे ने उन्होंने कोल औलाद पैदा करने का हक खो लेना चाहिए, नहीं तो दुनिया ਦੇ रोगी ही रोगी होंगे। उसने अपने ढंग नाल ऐसा आख्या, तेरे शरीरक रोगां लई तेरे मां बाप जिम्मेवार ने, तेरे मानसिक संताप लई तेरे मां बाप जिम्मेवार ने। मानसिक रोगां लई ते शरीरक रोगां लई मां बाप जिम्मेवार ने। अजे इसका असर यूरोप की दुनिया च पै रहा सी, पनीरी ते नवी पनीरी ते नौजवानों ते, और मां बाप का सन्मान घटना शुरू हो गया सी। इस ख्याल तो कार्ल मार्कस ने एक होर चोट कर दी, तेरी आर्थिक औकड़ा लई समाज जिम्मेवार है, तू जिम्मेवार नहीं। तेरी आर्थिक तंगियां लई, तेरे आर्थिक कलेश लई, तेरे आर्थिक संताप लई समाज जिम्मेवार है। हुण मेरियां आर्थिक जो है कमजोरियां ते दुखां लई समाज जिम्मेवार है, मेरे शरीरक रोगां लई, मेरे मानसिक संताप लई मां बाप जिम्मेवार ने। मैं तो स्वतंत्र हो गया, मेरा तो फिर कोई कसूर ही नहीं, फिर तो हर बंदा बेकसूर हो गया, फिर तो मेरा कोई दोष ही नहीं, फिर तो दोष मां बाप का हो गया, दोष समाज का हो गया। गुरु ग्रंथ साहब जी महाराज की रोशनी फ्राइड के ख्यालों को लईए, कार्ल मार्कस के ख्यालों को लईए, साहब कहते मां बाप दोषी नहीं है, समाज भी दोषी नहीं है, फिर कौन दोषी है? दद्दा दोष न देव काहू, दोष कर्मा अपने जो मैं किया सो मैं पाया, दोष न दीजे अवर जना। कोई मां बाप दोषी नहीं है, कोई समाज दोषी नहीं, तेरे दुखों लई तेरे कर्म दोषी ने, तेरे दुखों लई तू जिम्मेवार है, ना मां बाप ना समाज। तू किसी को जिम्मेवार नहीं ठहरा सकता, तू अपना दोष किसी ते भी नहीं सुट सकता। तेरे दुख लई, तेरी मानसिक पीड़ा लई, तेरे शरीरक रोगां लई, तेरियां आर्थिक औकड़ां लई तू जिम्मेवार है, ना समाज जिम्मेवार और ना ही मां बाप जिम्मेवार। तू स्वयं दद्दा दोष ना काहूं, दोष कर्मा अपने जो मैं किया सो मैं पाया, दोष न दीजे अवर जना। कर्म एक ऐसा बीज है, और ये बीज तेनों परमात्मा ने खुले रूप में दे दिते, अदृश्य रूप में। रसना तेरे कोल है, तेरी मर्जी है, तू सच दे बीज बो भावें झूठ दे, मिठास दे बीज बो भावें कुड़तन दे। हाथ तेरे कोल ने, भावें गलत कर भावें ठीक कर, पैर तेरे कोल ने, भावें गलत पासे जा भावें सही। लेकिन इतनी गल चेते कर ले, तेरा हर कर्म एक बीज है, और इस बीज तो फल पैदा होगा। अपने कर्म प्रति तू सावधान होई। ते कर्म तीन तरह के ने, शरीरक, मानसिक, वाचक। जो मैं मन नाल सोचिया चंगा या माड़ा, मानसिक कर्म। जो मैं जबान नाल बोलिया चंगा या माड़ा, वाचक कर्म। जो मैं हत्थां पैरां दे नाल कीता चंगा ते माड़ा, शरीरक कर्म। इन्हां तिन्नां ही कर्मां दे जोड़ तो उपजदे ने सुख ते दुख। दुख है तेरे कोल, किसी को भी दोषी ठहराने की लोड़ नहीं। तेरे शरीरक कर्म ठीक नहीं होंगे, तेरे वाचक कर्म ठीक नहीं होंगे, तेरे मानसिक कर्म ठीक नहीं होंगे। कर्म ही ते बीज सन। तो मैं फिर अर्ज करा, मनुख हर बंदा जैसे बीज दे फल नहीं देख सकता, लेकिन विज्ञानक देख सकता है, साइंटिस्ट वेख सकता है, अज भी वेख सकता है। ये बीज ठीक नहीं ने, ये चो फल ठीक नहीं निकलेगा, ये चो फुल चंगे नहीं निकलणगे। बीज दे फल वेखण दे सफल होया साइंटिस्ट, कर्म दे दुख सुख का फल वेखण दे सफल होया संत। बीजां की छटाई की साइंटिस्ट ने, कर्मां की छटाई की संत ने, गुरु ने, पीर पैगंबर ने। इन्हां कर्मां नूं जिंदगी तो एक पासे कर दो, नहीं तो दुख ही दुख होणगे। और इन्हां कर्मां नूं झोली दे च पा लो जे सुख तू चाहना है। ये रब्बी विधान जद महात्मा बुद्ध के सामने आया, उन्हें अपने भिक्षुओं नूं कहा
रब नूं नंबर 2 ते रखो, कर्म नूं नंबर पहले पिछे रखो रब नूं, क्योंकि रब ने भी एक नियम बना दिता है कि जैसा कर्म वैसी प्रारब्ध, इसे बीच चो दुख सुख निकलणगे। और उसका विधान भी अटल, उसका नियम भी अटल। ये नहीं अगर वो फैसले बदलता है, नियम बदलता है, तो फिर उसके फैसले कमजोर ने, उसका कोई भी विधान अटल नहीं है, नेचल नहीं है। फिर ना परमात्मा नेचल है, ਉਹਦੇ नेचल होने का सबूत कितों मिलता है, ਉਹਦਾ नियम नेचल है। भारत का जो राष्ट्रीय विधान है ना, जिस दे मुताबिक मुल्क नूं चलाया जाता, कॉन्स्टिट्यूशन, इस दे विच गालबन 150 तो भी ज्यादा दफा तरमीम हो चुकी है, संशोधन हो चुका है, अमेंडमेंट हो चुकी है, 150 तो भी वध। जब जब देखा गया विधान ये मुताबिक देश नूं चलाना औखा है, तब्दीली ये मुताबिक देश नूं चलाना औखा है, फिर तब्दीली। इसका मतलब है 150 दफा पहले होई है जी। पहले उस विधान नूं सही मन के देश नूं चलाया जाता रहा, तो साल 2 साल बाद 10 साल बाद पता चलिया नहीं ये गलत है, संशोधन करो। तो की पता हुण भी जिस ढंग नाल चला रहे हो ये भी कोई सही है, ये भी संशोधन करना पे, और कितनी दफा करना पे, 150 दफा तो कर चुके। क्या परमात्मा भी अपने विधान दे संशोधन करता है, तरमीम करता है? अगर तरमीम करता है तो यह मतलब वो कोल भुलां होंदियां ने, गलतियां होंदियां ने, ਉਹਦਾ नियम भी अटल नहीं है, ਉਹਦਾ विधान भी अटल नहीं है। फिर उन्होंने भी ठीक करना पैंदा है, उन्होंने भी अपने विधान की सुधाई करनी पैंदी है, और उन्होंने भी सोचना पैंदा है कि ये मुताबिक जगत नूं चलाना औखा है, और ये मुताबिक जगत नूं पैदा करना औखा है। मैं अपने विधान दे जो है तब्दीली करा नहीं, सच्चा आप सच्चा दरबार। गुरु नानक देव जी महाराज कहते हैं, कर्मे कर्मे होए विचार, सच्चा आप सच्चा दरबार। परमात्मा सच्चा है, उसका नियम सच्चा है, उसका दरबार अटल है, वो कोई तरमीम नहीं, वो कोई संशोधन नहीं। कर्मां दी विचार आउंदी है, उसके दरबार दे किस ढंग नाल आउंदी है। ये लंबे चौड़े सिद्धांतक नुकते मैं थोड़े सामने कल फिर रखांगा, क्योंकि घड़ी तो अपनी चाल नाल चलती है, तो कल की तरह मैं गुस्ताखी ना करा, क्योंकि पिछे जत्थियां ने कीर्तन भी करना होंदा है, और महापुरखों दी इत्थे विचारां होंदियां ने। इतनी जो है प्रवान करनी। दास ने अगे जाके 7:45 बजे गुरुद्वारा सरी दे जो है हाज़री भरनी है, उत्थे जो लड़ीवार मजमून चल रहा उसनूं उत्थे तोरांगे। ये मैं इस वास्ते थोड़े सामने जो है विचार रखी, क्योंकि बहुत सारियां दे इस ढंग के प्रश्न सन। ये प्रश्न अपने आप दे इतना वड्डा है, इतना वड्डा है, घट तो घट मेरी छोटी जी मत के मुताबिक 15 दिन ते मंगदा है इनू निखेड़न लई। ते 1-2 दिन दे ची दास ने निखेड़ा करना है। भावें इस संबंध गुरु ग्रंथ साहब जी महाराज सैकड़े शब्द ने, कलगीधर पातशाह के बहुत सारे वाक ने, भाई गुरदास जी ने इस दे उत्ते बहुत वड्डी मगजमारी की है, और नंद लाल ने भी अपनियां रायां पेश कीतियां ने। तुच्छ बुद्धि अनुसार समय की गति के मुताबिक जितना हो सके थोड़े सामने रखांगा। पंक्ति है मूल, कर्मे कर्मे होए विचार, सच्चा आप सच्चा दरबार। मेरे दुखा लई कोई दोषी नहीं, मेरे दुखा लई मैं दोषी हाँ। दद्दा दोष न देऊ काहूं, दोष कर्मा अपने, जो मैं किया सो मैं पाया, दोष न दीजे अवर जना। समाप्ति। वाहिगुरू जी का खालसा, वाहिगुरू जी।